ਦੋਸਤੋ ਅੱਜ ਦਾ ਆਪਣਾ ਟੌਪਿਕ ਹੋਏਗਾ 2D ਮੈਂਸੂਰੇਸ਼ਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ 2D ਫਿਗਰਸ ਐਂਡ 3D ਫਿਗਰਸ ਦੇ ਵਿੱਚ ਫ਼ਰਕ ਕੀ ਹੁੰਦਾ ਵਾ। ਦੇਖੋ 2D ਫਿਗਰਸ ਉਹ ਹੁੰਦੀਆਂ ਨੇ ਜਿਵੇਂ ਕਿ ਨਾਮ ਤੋਂ ਪਤਾ ਚੱਲਿਆ ਵੀ 2D ਮਤਲਬ 2 ਡਾਇਮੈਂਸ਼ਨਸ। 2D ਫਿਗਰਸ ਉਹ ਹੁੰਦੀਆਂ ਨੇ ਜਿਹੜੇ ਕਿ ਆਪਾਂ ਕਿਸੇ ਵੀ ਪਲੇਨ ਦੇ ਵਿੱਚ ਡਰਾ ਕਰ ਸਕਦੇ, ਮਤਲਬ 2D ਸਰਫੇਸ ਦੇ ਉੱਪਰ ਕਿਸੇ ਪਲੇਨ ਸ਼ੀਟ ਦੇ ਉੱਪਰ ਆਪਾਂ ਉਹਨਾਂ ਨੂੰ ਈਜ਼ੀਲੀ ਡਰਾ ਕਰ ਸਕਦੇ। ਉਹ ਹੁੰਦੀਆਂ ਨੇ 2D ਸ਼ੇਪਸ। 3D ਸ਼ੇਪਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ 2D ਪਲੇਨ ਦੇ ਵਿੱਚ ਕਿਸੇ ਸ਼ੀਟ ਦੇ ਉੱਪਰ ਡਰਾ ਨਹੀਂ ਕਰ ਸਕਦੇ ਜਾਂ ਕਿਸੇ ਬੋਰਡ ਦੇ ਉੱਪਰ ਡਰਾ ਨਹੀਂ ਕਰ ਸਕਦੇ, ਸਿਰਫ ਆਪਾਂ ਉਹਨਾਂ ਨੂੰ ਇਮੇਜਿਨ ਕਰ ਸਕਦੇ ਕਿਉਂਕਿ ਉਹਨਾਂ ਦੀਆਂ 3 ਡਾਇਮੈਂਸ਼ਨਸ ਹੁੰਦੀਆਂ ਨੇਗੀਆਂ। ਤਾਂ ਉਹਨਾਂ ਨੂੰ ਆਪਾਂ 3D ਸਪੇਸ ਦੇ ਵਿੱਚ ਸਿਰਫ ਇਮੇਜਿਨ ਕਰ ਸਕਦੇ, ਡਰਾ ਨਹੀਂ ਕਰ ਸਕਦੇ। ਸਟਾਰਟ ਕਰਦੇ ਆਪਾਂ 2D ਸ਼ੇਪਸ ਤੋਂ। 2D ਸ਼ੇਪਸ ਦੇ ਵਿੱਚ ਮੇਨ ਚੀਜ਼ ਹੁੰਦੀ ਹੈਗੀ ਇੱਕ ਉਹਨਾਂ ਦਾ ਏਰੀਆ ਹੁੰਦਾ, ਇੱਕ ਉਹਨਾਂ ਦਾ ਹੁੰਦਾ ਪੈਰੀਮੀਟਰ। ਤਾਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਹ ਸਮਝਦੇ ਹਾਂਗੇ ਵੀ ਏਰੀਆ ਕੀ ਹੁੰਦਾ ਅਤੇ ਪੈਰੀਮੀਟਰ ਕੀ ਹੁੰਦਾ। ਕਿੱਥੇ ਆਪਾਂ ਏਰੀਆ ਫਾਈਂਡ ਕਰਾਂਗੇ, ਕਿੱਥੇ ਆਪਾਂ ਪੈਰੀਮੀਟਰ ਫਾਈਂਡ ਕਰਾਂਗੇ। ਤਾਂ ਦੇਖੋ ਸਭ ਤੋਂ ਪਹਿਲਾਂ ਏਰੀਆ ਲਿਖਿਆ ਹੈਗਾ। ਏਰੀਆ ਹੁੰਦਾ ਦ ਅਮਾਊਂਟ ਆਫ ਸਪੇਸ ਆਕੂਪਾਈਡ, ਮਤਲਬ ਕਿਸੇ ਵੀ ਸ਼ੇਪ ਦੇ ਅੰਦਰ ਕਿੰਨਾ ਸਰਫੇਸ, ਕਿੰਨਾ ਏਰੀਆ ਉਹਨੇ ਆਕੂਪਾਈ ਕੀਤਾ, ਮਤਲਬ ਕਿੰਨਾ ਉਹਨੇ ਐਕਵਾਇਰ ਕੀਤਾ ਹੈ, ਉਹਨੂੰ ਕਹਿੰਦੇ ਆਪਾਂ ਏਰੀਆ। ਨੈਕਸਟ ਗੱਲ ਕਰਦੇ ਆਪਾਂ ਪੈਰੀਮੀਟਰ ਦੀ। ਪੈਰੀਮੀਟਰ ਹੁੰਦਾ ਟੋਟਲ ਲੈਂਥ ਆਫ ਬਾਊਂਡਰੀ, ਮਤਲਬ ਉਸ ਸ਼ੇਪ ਨੂੰ ਬਣਾਉਣ ਦੇ ਲਈ ਆਊਟਰ ਉਹਦੀ ਬਾਊਂਡਰੀ ਕਿੰਨੀ ਲੱਗੀ ਹੈਗੀ। ਕਿਸੇ ਵੀ ਸ਼ੇਪ ਨੂੰ ਬਣਾਉਣ ਲਈ ਮੰਨ ਲਓ ਕਿ ਕੋਈ ਸ਼ੇਪ ਕਿਸੇ ਵਾਇਰ ਦੀ ਬਣੀ ਹੈ, ਕਿਸੇ ਥਰੈਡ ਦੀ ਬਣੀ ਹੈ ਜਾਂ ਕਿਸੇ ਵੀ ਮਟੀਰੀਅਲ ਦੀ ਬਣੀ ਹੈ, ਤਾਂ ਉਹਨੂੰ ਬਣਾਉਣ ਲਈ ਕੋਈ ਨਾ ਕੋਈ ਲੈਂਥ ਚਾਹੀਦੀ ਹੋਏਗੀ ਨਾ। ਤਾਂ ਜਿੰਨੀ ਵੀ ਬਣਾਉਣ ਲਈ ਆਊਟਰ ਬਾਊਂਡਰੀ ਨੂੰ ਬਣਾਉਣ ਲਈ ਲੈਂਥ ਚਾਹੀਦੀ ਹੋਏਗੀ, ਉਹਨੂੰ ਆਪਾਂ ਕਹਿੰਦੇ ਹੈਗੇ ਪੈਰੀਮੀਟਰ। ਜਿੱਦਾਂ ਕਿ ਆਪਾਂ ਫੋਰ ਐਗਜ਼ਾਮਪਲ ਕੁਝ ਸ਼ੇਪਸ ਦੀ ਗੱਲ ਕਰਦੇ ਹਾਂਗੇ। ਸਪੋਜ਼ ਕਰੋ ਆਪਾਂ ਨੂੰ ਇਹ ਸ਼ੇਪਸ ਦਿੱਤੀਆਂ ਹੋਈਆਂ ਨੇਗੀਆਂ। ਮੰਨ ਲਓ ਇਹ ਇੱਕ ਸ਼ੇਪ ਹੈਗੀ, ਇਹਦੀਆਂ ਨਾ ਚਾਰੇ ਸਾਈਡਾਂ ਬਰਾਬਰ ਨੇਗੀਆਂ। ਇਹ ਕਿ ਇੱਕ ਸਕੁਅਰ ਸ਼ੇਪ ਹੈਗੀ। ਹੁਣ ਦੇਖੋ ਜੇ ਮੈਂ ਗੱਲ ਕਰਾਂ, ਇਹ ਸ਼ੇਪ ਰੱਖੀ ਹੋਈ ਹੈਗੀ, ਇਹਦੇ ਅੰਦਰ ਕਿੰਨਾ ਇਹਨੇ ਸਪੇਸ ਆਕੂਪਾਈ ਕੀਤੀ ਹੈਗੀ, ਤਾਂ ਕਿੰਨੀ ਇਹਨੇ ਸ਼ੀਟ ਐਕਵਾਇਰ ਕੀਤੀ, ਇਹਨੂੰ ਆਪਾਂ ਕਹਾਂਗੇ ਏਰੀਆ ਇਹਦਾ। ਬਟ ਇਸ ਸ਼ੇਪ ਨੂੰ ਬਣਾਉਣ ਲਈ ਕਿੰਨੀ ਇਹ ਵਾਇਰ, ਜਿਹੜੀ ਇਹ ਆਇਰਨ ਦੀ ਵਾਇਰ ਯੂਜ਼ ਹੋਈ ਹੈ, ਇਹ ਵਾਇਰ ਦੀ ਲੈਂਥ ਆਪਾਂ ਕੱਢੀਏ ਤਾਂ ਹੋ ਜਾਏਗਾ ਉਸ ਦਾ ਪੈਰੀਮੀਟਰ। ਤਾਂ ਦੋਸਤੋ ਇਸ ਤਰ੍ਹਾਂ ਨਾਲ ਆਪਾਂ ਏਰੀਆ ਅਤੇ ਪੈਰੀਮੀਟਰ ਦੇ ਵਿੱਚ ਡਿਫਰੈਂਸ ਕ੍ਰੀਏਟ ਕਰ ਸਕਦੇ ਹਾਂਗੇ। ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਆਡਰੇਟਰ ਦੀ। ਸਭ ਤੋਂ ਪਹਿਲਾਂ ਆਪਾਂ ਸਮਝਦੇ ਵੀ ਕੁਆਡਰੇਟਰਸ ਕੀ ਹੁੰਦੇ। ਕੁਆਡਰੇਟਰ ਐਨੀ 2D ਸ਼ੇਪ ਮੇਡ ਅਪ ਆਫ 4 ਸਟ੍ਰੇਟ ਲਾਈਨਸ। ਕਹਿੰਦੇ ਕੋਈ ਵੀ 2 ਡਾਇਮੈਂਸ਼ਨ ਸ਼ੇਪ ਹੋਵੇ ਜਿਹੜੇ ਕਿ 4 ਸਟ੍ਰੇਟ ਲਾਈਨਸ ਨੂੰ ਮਿਲ ਕੇ ਬਣੀ ਹੁੰਦੀ ਹੈਗੀ, ਉਹਨੂੰ ਕਹਿੰਦੇ ਆਪਾਂ ਕੁਆਡਰੇਟਰਸ। ਕੁਆਡਰੇਟਰ ਦੇ ਅੰਦਰ 5 ਡਿਫਰੈਂਟ ਸ਼ੇਪਸ ਆਉਂਦੀਆਂ ਨੇਗੀਆਂ, ਸਕੁਅਰ, ਰੈਕਟੈਂਗਲ, ਰੋਮਬਸ, ਪੈਰਲੋਗ੍ਰਾਮ ਐਂਡ ਟ੍ਰੈਪੀਜ਼ੀਅਮ। ਤਾਂ ਆਪਾਂ ਇਹਨਾਂ ਨੂੰ ਸ਼ੇਪਸ ਨੂੰ 1 ਬਾਏ 1 ਅੱਜ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਆਪਣੀ ਸ਼ੇਪ ਹੈਗੀ ਸਕੁਅਰ। ਤਾਂ ਸਕੁਅਰ ਦੀਆਂ ਪਹਿਲਾਂ ਆਪਾਂ ਪ੍ਰੋਪਰਟੀਜ਼ ਅਤੇ ਉਹਨਾਂ ਦੇ ਏਰੀਆ ਪੈਰੀਮੀਟਰ ਕੱਢਣ ਦੇ ਫਾਰਮੂਲੇ ਨੂੰ ਦੇਖਦੇ ਹਾਂਗੇ। ਤਾਂ ਸਕੁਅਰ ਸ਼ੇਪ ਦੇ ਵਿੱਚ ਕੀ ਹੁੰਦਾ ਗਾ, ਇਹਦੀ ਕੀ ਪ੍ਰੋਪਰਟੀ ਹੈਗੀ, ਇਹਦੀਆਂ ਕੀ ਹੁੰਦੀਆਂ ਨੇਗੀਆਂ, ਆਲ ਸਾਈਡਸ ਆਰ ਇਕੁਅਲ। ਮਤਲਬ ਜਿਹੜੀਆਂ ਚਾਰੇ ਸਾਈਡਾਂ, ਸਕੁਅਰ ਦੀਆਂ 4 ਸਾਈਡਾਂ ਹੋਣਗੀਆਂ, ਚਾਰੇ ਸਾਈਡਾਂ ਦੀ ਲੈਂਥ ਇਕੁਅਲ ਹੋਣੀ ਚਾਹੀਦੀ ਹੈਗੀ। ਆਪਾਂ ਮੰਨ ਲਈ ਵੀ ਏ ਹੈਗੀ। ਨੈਕਸਟ ਇਹਦੀ ਪ੍ਰੋਪਰਟੀ ਹੈਗੀ ਐਂਗਲਸ ਬਿਟਵੀਨ ਐਡਜੈਸੈਂਟ ਸਾਈਡਸ ਇਜ਼ 90 ਡਿਗਰੀ। ਮਤਲਬ ਇਹਦੀਆਂ ਜਿਹੜੀਆਂ ਐਡਜੈਸੈਂਟ ਸਾਈਡਸ ਨੇ ਉਹਨਾਂ ਦੇ ਵਿੱਚ ਐਂਗਲ 90 ਡਿਗਰੀ ਹੋਏਗਾ। ਤਾਂ ਆਪਾਂ ਇੱਥੇ ਸ਼ੇਪ ਡਰਾ ਕੀਤੀ ਹੈ। ਦੇਖੋ ਇਹਦੀਆਂ ਚਾਰੇ ਸਾਈਡਾਂ ਜਿਹੜੀਆਂ ਬਰਾਬਰ ਨੇਗੀਆਂ ਅਤੇ ਚਾਰੇ ਸਾਈਡਾਂ ਦੇ ਵਿੱਚ ਆਪਸ ਦੇ ਵਿੱਚ ਐਂਗਲ ਕਿੰਨਾ ਬਣ ਰਿਹਾ, 90 ਡਿਗਰੀ। ਇਹ ਇੱਕ ਦੂਜੇ ਦੇ ਪਰਪੈਂਡੀਕੂਲਰ ਹੈ। ਇੱਕ ਦੋਸਤੋ ਇੱਕ ਚੀਜ਼ ਹੋਰ ਹੁੰਦੀ ਹੈ ਡਾਇਗਨਲ। ਜਦੋਂ ਕਿਸੇ ਇੱਕ ਵਰਟੈਕਸ ਨੂੰ ਉਹਦੇ ਆਪੋਜ਼ਿਟ ਵਰਟੈਕਸ ਨਾਲ ਆਪਾਂ ਕਿਸੇ ਸਟ੍ਰੇਟ ਲਾਈਨ ਨਾਲ ਜੁਆਇਨ ਕਰ ਦਿੰਦੇ ਹਾਂ, ਉਹਦਾ ਡਾਇਗਨਲ ਹੋ ਜਾਂਦਾ। ਤਾਂ ਇੱਕ ਸਕੁਅਰ ਦੇ ਵਿੱਚ 2 ਡਾਇਗਨਲ ਹੋਣਗੇ, ਦੋਨਾਂ ਦੀ ਲੈਂਥ ਸੇਮ ਹੋਏਗੀ। ਡਾਇਗਨਲ ਨੂੰ ਆਪਾਂ ਮੰਨ ਲਿਆ D। ਤਾਂ ਦੇਖਦੇ ਆਪਾਂ ਏਰੀਆ ਕੱਢਣ ਦਾ ਕੀ ਫਾਰਮੂਲਾ ਹੋਏਗਾ। ਏਰੀਆ ਹੋਏਗਾ ਸਾਈਡ ਦਾ ਸਕੁਅਰ, ਮਤਲਬ ਜਿਹੜੀ ਵੀ ਕਿਸੇ ਇੱਕ ਸਾਈਡ ਨੂੰ ਲੈ ਲਓ ਕਿਉਂਕਿ ਚਾਰੇ ਬਰਾਬਰ ਨੇ। ਸਾਈਡ ਦਾ ਆਪਾਂ ਸਕੁਅਰ ਕਰਾਂਗੇ, ਇਹਦਾ ਏਰੀਆ ਆ ਜਾਏਗਾ। ਨੈਕਸਟ ਹੈਗਾ ਪੈਰੀਮੀਟਰ। ਹੁਣ ਇਹ ਆਪਾਂ ਪੈਰੀਮੀਟਰ ਦੀ ਡੈਫੀਨੇਸ਼ਨ ਕੀਤੀ ਸੀ, ਉਹ ਹੁੰਦੀ ਹੈਗੀ ਜਿੰਨੀਆਂ ਵੀ ਇਹਦੀਆਂ ਚਾਰੇ ਆਊਟਰ ਬਾਊਂਡਰੀਜ਼ ਨੇ ਉਹਨਾਂ ਨੂੰ ਐਡ ਕਰਾਂਗੇ ਤਾਂ ਪੈਰੀਮੀਟਰ ਹੋ ਜਾਏਗਾ। 4A ਨੂੰ ਆਪਾਂ ਐਡ ਕੀਤਾ ਤਾਂ ਕਿੰਨਾ ਬਣ ਗਿਆ, 4A। ਨੈਕਸਟ ਹੈਗਾ ਆਪਣੇ ਕੋਲ ਡਾਇਗਨਲ। ਡਾਇਗਨਲ ਕੱਢਣ ਲਈ ਆਪਾਂ ਕੀ ਕਰਾਂਗੇ, ਸਾਈਡ ਨੂੰ ਸਕੁਅਰ ਰੂਟ ਆਫ 2 ਨਾਲ ਮਲਟੀਪਲਾਈ ਕਰ ਦਾਂਗੇ, ਰੂਟ 2 ਇੰਟੂ A। ਇਹ ਹੋ ਜਾਏਗਾ ਸਕੁਅਰ ਦਾ ਡਾਇਗਨਲ। ਤਾਂ ਸਕੁਅਰ ਦੇ ਵਿੱਚ ਇਹ 3 ਇੰਪੋਰਟੈਂਟ ਚੀਜ਼ਾਂ ਨੇ, ਦਾ ਏਰੀਆ, ਪੈਰੀਮੀਟਰ ਐਂਡ ਡਾਇਗਨਲ। ਅਗਰ ਸਕੁਅਰ ਸ਼ੇਪ ਨੂੰ ਆਪਾਂ ਦੇਖਣਾ ਤਾਂ ਦੇਖੋ ਇਹ ਸਕੁਅਰ ਸ਼ੇਪ ਹੋ ਗਈ ਕਿਉਂਕਿ ਇਹਦੇ ਚਾਰੇ ਸਾਈਡਾਂ ਬਰਾਬਰ ਨੇਗੀਆਂ ਅਤੇ ਐਂਗਲਸ ਬਿਟਵੀਨ ਐਡਜੈਸੈਂਟ ਸਾਈਡਸ ਕੀ ਹੈਗਾ, 90 ਡਿਗਰੀ। ਤਾਂ ਇਹ ਕੀ ਹੋ ਗਈ, ਇੱਕ ਸਕੁਅਰ ਸ਼ੇਪ ਹੋ ਗਈ। ਨੈਕਸਟ ਆਪਾਂ ਗੱਲ ਕਰਦੇ ਹਾਂਗੇ ਸੈਕਿੰਡ ਆਪਣੀ ਸ਼ੇਪ ਹੋਏਗੀ ਰੈਕਟੈਂਗਲ। ਤਾਂ ਰੈਕਟੈਂਗਲ ਦੀ ਪ੍ਰੋਪਰਟੀਜ਼ ਅਤੇ ਫਾਰਮੂਲੇ ਆਪਾਂ ਦੇਖਦੇ ਹਾਂਗੇ। ਰੈਕਟੈਂਗਲ ਦੀ ਪ੍ਰੋਪਰਟੀਜ਼ ਕੀ ਨੇ ਵੀ ਆਪੋਜ਼ਿਟ ਸਾਈਡਸ ਨੇ ਜਿਹੜੀਆਂ ਇਕੁਅਲ ਨੇ ਅਤੇ ਇੱਕ ਦੂਜੇ ਦੇ ਪੈਰਲਲ ਵੀ ਨੇਗੀਆਂ। ਨੈਕਸਟ ਪ੍ਰੋਪਰਟੀ ਸੇਮ ਹੈਗੀ, ਐਂਗਲ ਬਿਟਵੀਨ ਐਡਜੈਸੈਂਟ ਸਾਈਡਸ 90 ਡਿਗਰੀ ਹੋਣਾ ਚਾਹੀਦਾ। ਇਹ ਆਪਾਂ ਨੇ ਇਹਦੀ ਸ਼ੇਪ ਡਰਾ ਕੀਤੀ ਹੋਈ ਹੈਗੀ। ਦੇਖੋ ਆਪੋਜ਼ਿਟ ਸਾਈਡਾਂ, ਰੈਕਟੈਂਗਲ ਦਾ ਨਾਮ ਕੀ ਹੈ, ABCD। ਏ ਦੀ ਆਪੋਜ਼ਿਟ ਸਾਈਡ ਇਹ ਹੋ ਜਾਏਗੀ, ਦੋਨੋਂ ਕੀ ਇੱਕ ਦੂਜੇ ਦੇ ਪੈਰਲਲ ਵੀ ਨੇ ਅਤੇ ਇਕੁਅਲ ਵੀ ਨੇ। ਇਹਦੀ ਆਪੋਜ਼ਿਟ ਸਾਈਡ ਇਹ ਹੋ ਜਾਏਗੀ, ਇਹ ਵੀ ਇੱਕ ਦੂਜੇ ਦੇ ਪੈਰਲਲ ਵੀ ਨੇ, ਇਕੁਅਲ ਵੀ ਨੇ। ਸੇਮ ਇਹਦੇ 'ਚ ਡਾਇਗਨਲ ਹੋਣਗੇ ਦੋਨੋਂ ਦੀ ਲੈਂਥ ਸੇਮ ਹੋਏਗੀ। ਇਹਨਾਂ ਦੇ ਫਾਰਮੂਲੇ ਦੇਖਦੇ ਹਾਂਗੇ। ਏਰੀਆ ਦਾ ਫਾਰਮੂਲਾ ਕੀ ਹੋ ਜਾਏਗਾ, ਲੈਂਥ ਇੰਟੂ ਬ੍ਰੈਡਥ। ਇੱਕ ਸਾਈਡ ਨੂੰ ਦੂਸਰੀ ਸਾਈਡ ਨਾਲ ਮਲਟੀਪਲਾਈ ਕਰ ਦਾਂਗੇ। ਪੈਰੀਮੀਟਰ ਕੱਢਣ ਲਈ ਕੀ ਕਰਾਂਗੇ, ਦੋਨੋਂ L ਨੂੰ ਐਡ ਕਰ ਦਾਂਗੇ, ਦੋਨੋਂ B ਨੂੰ ਐਡ ਕਰ ਲਾਂਗੇ ਤਾਂ ਕੰਬਾਈਨ ਕਰਕੇ ਬਣ ਜੂਗਾ 2 ਇੰਟੂ L ਪਲੱਸ B। ਨੈਕਸਟ ਡਾਇਗਨਲ ਦਾ ਫਾਰਮੂਲਾ ਹੋ ਜਾਏਗਾ ਲੈਂਥ ਦਾ ਸਕੁਅਰ
प्लस ब्रैथ द स्क्वेयर तो सारे दा स्क्वेयर रूट, ये हो जाएगा दा डायगनल कढ़न दा फार्मूला। नैक्सट अपनी शेप हो जाएगी रोम्बस। देखो रोम्बस की प्रॉपर्टी की होएगी, इहदियां ऑल साइड्स इक्वल होनी चाहिए, सारियां साइडां इक्वल। नैक्सट इहदी प्रॉपर्टी होंदी है कंडीशन की रोम्बस लई, डायगनल्स आर परपेंडिकुलर टू ईच अदर, ਜਿਹੜੇ दोनों डायगनल होणगे एक दूजे ਦੇ 90 डिग्री ਦਾ एंगल ਬਣਾਉਣਗੇ। ਆਲਸੋ ਕੀ ਹੈਗੇ थर्ड प्रॉपर्टी एक होर ਇਹਦੀ, डायगनल ਬਾਈਸੈਕਟ ਈਚ ਅਦਰ, ਦੋਨੋਂ डायगनल ਇੱਕ ਦੂਜੇ ਨੂੰ ਸੈਂਟਰ ਦੇ ਵਿੱਚੋਂ ਕੱਟ ਕਰਨਗੇ, ਮਤਲਬ ਟੂ ਇਕੁਅਲ ਪਾਰਟਸ ਦੇ ਵਿੱਚ ਕੱਟ ਕਰਨਗੇ। ਇਹਦਾ ਏਰੀਆ ਹੋਏਗਾ ਹਾਫ ਇੰਟੂ D1 ਇੰਟੂ D2। D1 D2 ਕੀ ਇਹਦੇ डायगनल, ਇੱਕ डायगनल ਤੇ ਇੱਕ ਦੂਸਰਾ डायगनल, ਦੋਨੋਂ डायगनल ਦੀ ਲੈਂਥ डिफरेंट ਹੋਏਗੀ। ਪੈਰੀਮੀਟਰ ਕੀ ਹੋ ਜਾਏਗਾ ਇਹਦਾ 4 A, ਕਿਉਂਕਿ ਇਹਦੀਆਂ ਚਾਰੇ ਸਾਈਡਾਂ ਬਰਾਬਰ ਨੇਗੀਆਂ, ਚਾਰੇ ਸਾਈਡਾਂ ਨੂੰ ਆਪਾਂ ਐਡ ਕਰਾਂਗੇ ਤਾਂ 4A ਬਣ ਜਾਏਗਾ। ਜੇ ਆਪਾਂ ਨੂੰ ਇਹਦੇ ਡਾਇਗਨਲ ਗਿਵਨ ਨੇ D1 D2 ਤੋਂ ਉੱਥੋਂ ਆਪਾਂ ਕੱਢਣੀ ਇਹਦੀ ਸਾਈਡ ਦੀ ਲੈਂਥ, ਤਾਂ ਸਾਈਡ ਕੱਢਣ ਲਈ ਕੀ ਕਰਾਂਗੇ D1 ਦਾ ਸਕੁਆਇਰ ਪਲੱਸ D2 ਦਾ ਸਕੁਆਇਰ, ਉਹਦਾ ਸਕੁਆਇਰ ਰੂਟ ਕਰਕੇ 2 ਨਾਲੋਂ ਡਿਵਾਈਡ ਕਰ ਦਾਂਗੇ, ਹਾਫ ਰੂਟ ਆਫ D1 ਸਕੁਆਇਰ ਪਲੱਸ D2 ਸਕੁਆਇਰ। ਨੈਕਸਟ ਸ਼ੇਪ ਦੀ ਆਪਾਂ ਗੱਲ ਕਰ ਦਿਆਂਗੇ। ਨੈਕਸਟ ਆਪਣੀ ਸ਼ੇਪ ਹੋਏਗੀ ਪੈਰਲੋਗ੍ਰਾਮ। ਤਾਂ ਪੈਰਲੋਗ੍ਰਾਮ ਦੀ ਪ੍ਰੋਪਰਟੀ ਕੀ ਹੁੰਦੀ, ਪੈਰਲੋਗ੍ਰਾਮ ਦੇ ਵਿੱਚ ਕੀ ਹੁੰਦਾ, ਆਪੋਜ਼ਿਟ ਸਾਈਡਸ ਇਕੁਅਲ ਐਂਡ ਪੈਰਲਲ, ਜਿਹੜੀ ਦੇ ਆਪੋਜ਼ਿਟ ਸਾਈਡਾਂ ਇੱਕ ਦੂਜੇ ਦੇ ਪੈਰਲ ਹੋਣਗੀਆਂ ਤੇ ਲੈਂਥ ਵੀ ਉਹਨਾਂ ਦੀ ਸੇਮ ਹੋਏਗੀ। ਤਾਂ ਇੱਦਾਂ ਆਪਾਂ ਸ਼ੇਪ ਬਣਾ ਸਕਦੇ ਹੈਗੇ, ਜਿਵੇਂ ਇਹ ਦੋਨੋਂ ਇੱਕ ਦੂਜੇ ਦੇ ਇਕੁਅਲ ਵੀ ਨੇ ਪੈਰਲ ਵੀ ਨੇ, ਇਹ ਵੀ ਇੱਕ ਦੂਜੇ ਦੇ ਇਕੁਅਲ ਵੀ ਨੇ ਪੈਰਲ ਵੀ ਨੇ। ਇਹਦੇ 'ਚ ਆਪਾਂ ਨੂੰ ਇੱਕ ਡਿਫਰੈਂਟ ਚੀਜ਼ ਹੋਰ ਕੱਢਣੀ ਪਏਗੀ ਵੀ ਪਰਪੈਂਡੀਕੂਲਰ ਇਹਨਾਂ ਦੀ ਇਹਦੀ ਪੈਰਲੋਗ੍ਰਾਮ ਦੀ ਹਾਈਟ ਕੱਢਣੀ ਹੁੰਦੀ ਹੈਗੀ। ਹਾਈਟ ਕੱਢਣ ਲਈ ਆਪਾਂ ਕੋਈ ਵੀ ਸਾਈਡ ਨੂੰ ਬੇਸ ਮੰਨ ਸਕਦੇ ਹਾਂਗੇ, ਜਿੱਦਾਂ ਹੁਣ ਆਪਾਂ ਨੇ ਇਹਨੂੰ BC ਨੂੰ ਬੇਸ ਮੰਨੇ, BC ਦੀ ਲੈਂਥ ਕਿੰਨੀ ਹੈ L। ਜੇ ਆਪਾਂ ਏਰੀਆ ਕੱਢਣਾ, ਹੁਣ ਜਿਹੜੀ ਵੀ ਸਾਈਡ ਨੂੰ ਬੇਸ ਮੰਨਿਆ ਹੋਇਆ, ਮੰਨ ਲਓ L ਨੂੰ ਬੇਸ ਮੰਨਿਆ ਸੀਗਾ, ਉਸੇ ਬੇਸ ਦੇ ਉੱਪਰ ਪਰਪੈਂਡੀਕੂਲਰ ਨਾਲ ਮਲਟੀਪਲਾਈ ਕਰਾਂਗੇ, ਜਿਵੇਂ ਸਾਈਡ L ਨੂੰ ਬੇਸ ਮੰਨਿਆ ਇੰਟੂ ਪਰਪੈਂਡੀਕੂਲਰ ਹਾਈਟ H, L ਇੰਟੂ H ਇਹਦਾ ਏਰੀਆ ਹੋ ਜਾਏਗਾ। ਨੈਕਸਟ ਇਹਦਾ ਪੈਰੀਮੀਟਰ ਕੱਢਣ ਲਈ ਸੇਮ L ਪਲੱਸ B ਤਾਂ ਕੀ ਹੋ ਜਾਏਗਾ 2 ਇੰਟੂ L ਪਲੱਸ B। ਨੈਕਸਟ ਸ਼ੇਪ ਹੈਗੀ ਆਪਣੇ ਕੋਲ ਟ੍ਰੈਪੀਜ਼ੀਅਮ। ਟ੍ਰੈਪੀਜ਼ੀਅਮ ਦੀ ਕੀ ਪ੍ਰੋਪਰਟੀ ਹੋਏਗੀ, ਐਨੀ ਪੇਅਰ ਆਫ ਸਾਈਡਸ ਆਰ ਪੈਰਲਲ ਐਂਡ ਇਕੁਅਲ, ਕਹਿੰਦੇ ਕੋਈ ਵੀ ਪੇਅਰ ਸਾਈਡਸ ਦਾ ਇਕੁਅਲ ਹੋਏਗਾ, ਸੌਰੀ ਪੈਰਲਲ ਹੋਏਗਾ ਤੇ ਅਨਇਕੁਅਲ ਹੋਏਗਾ, ਲੈਂਥ ਨਹੀਂ ਸੇਮ ਹੋਏਗੀ ਉਹਨਾਂ ਦੀ। ਜਿਵੇਂ ਹੁਣ ਦੇਖੋ A ਤੇ B ਪੈਰਲਲ ਹੈਗੇ ਨੇ ਬਟ ਇਹਨਾਂ ਦੀ ਲੈਂਥ ਨਹੀਂ ਸੇਮ ਹੈਗੀ, ਤੇ ਦੂਸਰੀਆਂ ਅਦਰ ਟੂ ਸਾਈਡਸ ਪੈਰਲਲ ਵੀ ਨਹੀਂ ਹੋਣੀਆਂ, ਇਕੁਅਲ ਹੋਣਾ ਨਾ ਹੋਣਾ ਉਹਨਾਂ ਦੀ ਮਰਜ਼ੀ ਹੈਗੀ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਇਹਦਾ ਏਰੀਆ ਕੀ ਹੋਏਗਾ, ਹਾਫ ਇੰਟੂ ਸਮ ਆਫ ਪੈਰਲਲ ਸਾਈਡਸ ਇੰਟੂ ਪਰਪੈਂਡੀਕੂਲਰ ਹਾਈਟ। ਜਿਹੜੀਆਂ ਵੀ ਦੋ ਪੈਰਲਲ ਸਾਈਡਾਂ ਹੋਣਗੀਆਂ ਉਹਨਾਂ ਨੂੰ ਆਪਾਂ ਐਡ ਕਰ ਲਾਂਗੇ, ਜਿਵੇਂ A ਤੇ ਵੀ ਪੈਰਲਲ ਸੀਗੀ A ਪਲੱਸ B, ਇੱਦਾਂ ਆ ਜਾਏਗਾ। ਜਿਹੜੇ ਵੀ ਇਹਨਾਂ ਦੇ ਵਿਚਾਲੇ ਡਿਸਟੈਂਸ ਹੋਏਗਾ ਉਹਨੂੰ ਕਹਾਂਗੇ ਆਪਾਂ ਇਹਦੀ ਹਾਈਟ, ਪਰਪੈਂਡੀਕੂਲਰ ਹਾਈਟ, ਤਾਂ ਹਾਫ ਇੰਟੂ A ਪਲੱਸ B ਇੰਟੂ ਪਰਪੈਂਡੀਕੂਲਰ ਹਾਈਟ, ਇਹ ਹੋ ਜਾਏਗਾ ਇਹਦਾ ਏਰੀਆ। ਪੈਰੀਮੀਟਰ ਕੱਢਣ ਲਈ ਸੇਮ ਆਪਾਂ ਚਾਰੇ ਸਾਈਡਾਂ ਨੂੰ ਐਡ ਕਰ ਦਾਂਗੇ, A ਪਲੱਸ B ਪਲੱਸ C ਪਲੱਸ D, ਇਹ ਹੋ ਜਾਏਗਾ ਇਹਦਾ ਪੈਰੀਮੀਟਰ। ਤਾਂ ਇਹ ਜਿਹੜੀ ਸੀਗੀਆਂ ਆਪਣੇ ਕੋਲ 5 ਸ਼ੇਪ ਸੀਗੇ, ਇਹ ਪੰਜੋਂ ਆਪਣੇ ਕੁਆਡਰੇਟਰ ਦੇ ਅੰਦਰ ਆਉਂਦੀਆਂ, ਕਿਉਂਕਿ ਇਹ 5 ਸ਼ੇਪ ਸੀਗੀਆਂ ਜਿਹੜੀਆਂ ਚਾਰ ਸਾਈਡਾਂ ਨੂੰ ਮਿਲ ਕੇ ਬਣੀਆਂ ਹੋਈਆਂ। ਜਿਹੜੀ ਵੀ ਸ਼ੇਪ ਚਾਰ ਸਾਈਡਾਂ ਸਟ੍ਰੇਟ ਲਾਈਨਸ ਨੂੰ ਮਿਲ ਕੇ ਬਣਦੀਆਂ ਉਹਨੂੰ ਕਹਿੰਦੇ ਆਪਾਂ ਕੁਆਡਰੇਟਰ। ਇਹਨਾਂ ਦੇ ਆਪਾਂ ਪ੍ਰੋਪਰਟੀਜ਼ ਦੇਖ ਲਈ, ਇਹਨਾਂ ਦੇ ਫਾਰਮੂਲੇ ਦੇਖ ਲਏ, ਤਾਂ ਹੁਣ ਆਪਾਂ ਦੇਖਦੇ ਵੀ ਇਹਨਾਂ ਦੇ ਬੇਸ 'ਤੇ ਕੁਐਸਚਨਸ ਕਿਸ ਟਾਈਪ ਦੇ ਆ ਸਕਦੇ ਨੇਗੇ। ਸਭ ਤੋਂ ਪਹਿਲੀ ਟਾਈਪ ਆਪਾਂ ਦੇਖਦੇ ਹਾਂਗੇ ਦ ਕੁਐਸਚਨਸ ਬੇਸਡ ਔਨ ਪਰਸੈਂਟੇਜ, ਮਤਲਬ ਵੀ ਪਰਸੈਂਟੇਜ ਦਾ ਕੰਸੈਪਟ ਯੂਜ਼ ਹੋਊਗਾ ਕੁਛ ਇਹਨਾਂ ਦੇ ਵਿੱਚ, ਫਾਰਮੂਲਾ ਵੀ ਆਉਣਾ ਚਾਹੀਦਾ ਤੇ ਆਪਾਂ ਨੂੰ ਪਰਸੈਂਟੇਜ ਦਾ ਕੰਸੈਪਟ ਹੀ ਪਤਾ ਹੋਣਾ ਚਾਹੀਦਾ ਥੋੜ੍ਹਾ ਜਿਹਾ। ਫਸਟ ਐਗਜ਼ਾਮਪਲ ਦੇਖਦੇ ਹਾਂਗੇ, if side of square is increased by 10% then percentage increase in area of square। ਦੋਸਤੋ ਇਸ ਟਾਈਪ ਦੇ ਕੁਐਸਚਨਸ ਕਰਨ ਲਈ ਆਪਾਂ ਨੂੰ ਪਰਸੈਂਟੇਜ ਦਾ ਇੱਕ ਇੰਪੋਰਟੈਂਟ ਕੰਸੈਪਟ ਹੁੰਦਾ ਹੈਗਾ, ਪਰਸੈਂਟੇਜ ਨੈਟ ਚੇਂਜ, ਉਹ ਹੋਣਾ ਚਾਹੀਦਾ ਹੈਗਾ। ਜੇ ਸਾਰਿਆਂ ਨੇ ਕੀਤਾ ਹੋਇਆ ਤਾਂ ਤੁਹਾਨੂੰ ਸਮਝ ਆ ਜਾਏਗਾ, ਬਟ ਜੇ ਕਿਸੇ ਨੇ ਪਰਸੈਂਟੇਜ ਨੈਟ ਚੇਂਜ ਦਾ ਕੰਸੈਪਟ ਨਹੀਂ ਕੀਤਾ ਹੋਇਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀਡੀਓ ਦਾ ਲਿੰਕ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ ਛੋਟਾ ਜਿਹਾ ਕੰਸੈਪਟ ਹੈ ਇੱਕ ਇੰਪੋਰਟੈਂਟ ਹੈ ਕਾਫੀ, ਉਹਨੂੰ ਸਮਝ ਲਓ, ਉਸ ਤੋਂ ਬਾਅਦ ਇਹਨੂੰ ਕੁਐਸਚਨ ਨੂੰ ਅਟੈਂਪਟ ਕਰਿਓ। ਤੇ ਇਹਦੇ ਵਿੱਚ ਡਾਇਰੈਕਟ ਪਰਸੈਂਟੇਜ ਨੈਟ ਚੇਂਜ ਦਾ ਕੰਸੈਪਟ ਯੂਜ਼ ਹੋਏਗਾ। ਫਾਰਮੂਲਾ ਹੁੰਦਾ ਉਹਦਾ x + y + xy upon 100। ਡਿਟੇਲ ਦੇ ਵਿੱਚ ਤੁਸੀਂ ਵੀਡੀਓ ਨੂੰ ਦੇਖ ਕੇ ਸਮਝ ਲਓ ਉਹਨੂੰ। ਤਾਂ ਦੋਨੋਂ ਸਾਈਡਾਂ 10% ਇਨਕਰੀਜ਼ ਹੋਈਆਂ, ਤਾਂ ਫਾਰਮੂਲੇ 'ਚ 10 ਪੁੱਟ ਕੀਤਾ ਤਾਂ ਓਵਰਆਲ 21% ਇਨਕਰੀਜ਼ ਹੋ ਗਿਆ। ਸੈਕਿੰਡ ਇੱਕ ਹੋਰ ਐਗਜ਼ਾਮਪਲ 'ਚ ਅਪਲਾਈ ਕਰਦੇ ਇਹਨੂੰ, ਇਨ ਅ ਰੈਕਟੈਂਗਲ ਇਫ ਲੈਂਥ ਇਜ਼ ਇਨਕਰੀਜ਼ਡ ਬਾਈ 20% ਬ੍ਰੈਡਥ ਇਜ਼ ਡਿਕਰੀਜ਼ਡ ਬਾਈ 10%। ਇੱਕ ਇਨਕਰੀਜ਼ ਹੋਈ ਹੈ, ਇੱਕ ਡਿਕਰੀਜ਼ ਹੋਈ ਹੈਗੀ, ਤਾਂ ਪਰਸੈਂਟੇਜ ਚੇਂਜ ਇਨ ਏਰੀਆ ਫਾਈਂਡ ਕਰਨਾ। ਏਰੀਆ ਦਾ ਫਾਰਮੂਲਾ ਹੋਏਗਾ ਲੈਂਥ ਇੰਟੂ ਬ੍ਰੈਡਥ। ਤਾਂ ਦੇਖੋ ਦੋਸਤੋ, ਤੁਹਾਨੂੰ ਇਸ ਚੈਪਟਰ ਦੇ ਕੁਐਸਚਨਸ ਕਰਨ ਲਈ ਫਾਰਮੂਲੇ ਯਾਦ ਕਰਨੇ ਹੀ ਪੈਣਗੇ। ਜੇ ਤੁਹਾਨੂੰ ਫਾਰਮੂਲਾ ਯਾਦ ਆ ਤਾਂ ਕੁਐਸਚਨਸ ਬਿਲਕੁਲ ਆਸਾਨ ਹੋਣਗੇ। ਤਾਂ ਲੈਂਥ ਇੰਟੂ ਬ੍ਰੈਡਥ ਹੋ ਗਿਆ। ਤਾਂ ਇਹਦੇ ਰੂਲ ਹੁੰਦਾ ਕਿ ਜਦੋਂ ਵੀ ਦੋ ਵੇਰੀਏਬਲ ਦੀ ਪ੍ਰੋਡਕਟ ਦੇ ਵਿੱਚ ਇਨਕਰੀਜ਼ ਡਿਕਰੀਜ਼ ਨੂੰ ਤਾਂ ਆਪਾਂ ਨੈਟ ਚੇਂਜ ਲਾ ਦਿੰਦੇ। ਨੈਟ ਚੇਂਜ ਦੇ ਵਿੱਚ ਆਪਾਂ ਇਹਨੂੰ ਫਿਲ ਕੀਤਾ ਤਾਂ ਆਪਣੇ ਕੋਲ ਆ ਗਿਆ ਇਹ ਪਲੱਸ ਦਾ 8%, ਮਤਲਬ ਕਿ ਇਹ ਵੀ ਪੋਜ਼ੀਟਿਵ, ਮਤਲਬ ਏਰੀਆ ਇਨਕਰੀਜ਼ ਹੋਏਗਾ। ਨੈਕਸਟ ਇਹਨੂੰ ਅਗਰ ਆਪਾਂ ਅਪਲਾਈ ਕਰੀਏ ਵੀ ਸਾਈਡ ਆਫ ਸਕੁਏਅਰ ਇਜ਼ ਇਨਕਰੀਜ਼ਡ ਬਾਈ 25%, ਫਾਈਂਡ
परसेंटेज इंक्रीज इन पैरीमीटर। दोस्तों पैरीमीटर ਦੇ ਵਿੱਚ ਦੇਖੋ ਸਿੰਪਲ ਇੱਕ ਵੇਰੀਏਬਲ ਆਏਗਾ, ਪ੍ਰੋਡਕਟ ਨਹੀਂ ਆ ਰਹੀ ਇੱਥੇ, ਜਿਵੇਂ ਉੱਪਰ ਆ ਰਿਹਾ ਸੀ ਨਾ L/B ਜਾਂ A/A ਵੇਰੀਏਬਲ ਦੀ ਪ੍ਰੋਡਕਟ ਆ ਰਹੀ ਸੀਗੀ, ਬਟ ਇਹਦੇ ਵਿੱਚ ਕੀ ਆ ਰਿਹਾ 4 ਸਿੰਪਲ A, ਕਿਸੇ ਵੀ ਵੇਰੀਏਬਲ ਦੀ ਪ੍ਰੋਡਕਟ ਨਹੀਂ ਆ ਰਹੀ। ਤਾਂ ਜਿੰਨੀ ਸਾਈਡ ਇਨਕਰੀਜ਼ ਹੋਈ ਹੈਗੀ ਓਨੀ ਹੀ ਉਹਦਾ ਪੈਰੀਮੀਟਰ ਇਨਕਰੀਜ਼ ਹੋਏਗਾ। ਤਾਂ ਪੈਰੀਮੀਟਰ ਦੇ ਸਾਈਡ ਦਾ ਡਾਇਰੈਕਟਲੀ ਜੇ 20 ਹੁੰਦਾ ਵੀ 28 25 ਵਧਾ 25, ਤਾਂ ਇਹਦੇ 'ਚ ਆਪਾਂ ਨੂੰ ਕੋਈ ਫਾਰਮੂਲਾ ਯੂਜ਼ ਕਰਨ ਦੀ ਲੋੜ ਨਹੀਂ ਪਏਗੀ, ਡਾਇਰੈਕਟਲੀ ਜਿੰਨਾ ਇਨਕਰੀਜ਼ ਹੋਇਆ ਉਨਾ ਹੀ ਪੈਰੀਮੀਟਰ ਇਨਕਰੀਜ਼ ਹੋ ਜਾਏਗਾ। ਤਾਂ ਨੈਟ ਚੇਂਜ ਸਿਰਫ ਉੱਥੇ ਹੀ ਲੱਗੂਗਾ ਜਿੱਥੇ ਦੋ ਵੇਰੀਏਬਲਸ ਦੀ ਪ੍ਰੋਡਕਟ ਹੈਗੀ। ਨੈਕਸਟ ਆਪਾਂ ਸੈਕਿੰਡ ਟਾਈਪ ਦੀ ਗੱਲ ਕਰਦੇ ਹਾਂਗੇ। ਸੈਕਿੰਡ ਟਾਈਪ ਦੀ ਗੱਲ ਕਰਦੇ ਹਾਂ ਕੁਐਸਚਨਸ ਬੇਸਡ ਔਨ ਰੇਸ਼ੋ। ਤਾਂ ਇਹਦੇ ਵਿੱਚ ਥੋੜ੍ਹਾ ਜਿਹਾ ਰੇਸ਼ੋ ਦਾ ਕੰਸੈਪਟ ਯੂਜ਼ ਹੋਏਗਾ। ਆਪਾਂ ਨੂੰ ਗਿਵਨ ਇਫ ਦ ਰੇਸ਼ੋ ਆਫ ਏਰੀਆ ਆਫ 2 ਸਕੁਏਅਰਸ ਇਜ਼ 9:25, ਤਾਂ ਫਾਈਂਡ ਕੀ ਕੁਛ ਕਰਨਾ ਹੈ, ਉਹਨਾਂ ਦੀ ਸਾਈਡ ਦੀ ਰੇਸ਼ੋ, ਪੈਰੀਮੀਟਰ ਦੀ ਰੇਸ਼ੋ, ਡਾਇਗਨਲ ਦੀ ਰੇਸ਼ੋ। ਤਾਂ ਦੇਖੋ ਏਰੀਆ ਦਾ ਫਾਰਮੂਲਾ ਹੁੰਦਾ ਸਾਈਡ ਦਾ ਸਕੁਏਅਰ, A1 ਤੇ A2 ਦੀ ਰੇਸ਼ੋ ਗਿਵਨ ਹੈ 9 ਤੇ 25। ਪਹਿਲਾਂ ਪੁੱਛਿਆ ਉਹਨਾਂ ਨੇ ਸਾਈਡ, ਤਾਂ ਦੇਖੋ A ਸਕੁਏਅਰ ਦੀ ਵੈਲਿਊ 9 ਹੈਗੀ, ਦੂਜੇ A ਸਕੁਏਅਰ ਦੀ 25 ਹੈ। ਜਦੋਂ ਸਕੁਏਅਰ ਦੀ ਵੈਲਿਊਜ਼ ਗਿਵਨ ਹੈ, A ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ ਆਪਾਂ ਕੀ ਕਰਾਂਗੇ ਏਰੀਏ ਦਾ ਸਕੁਏਅਰ ਰੂਟ ਕਰ ਦਾਂਗੇ। ਸਿੰਪਲੀ 9 ਤੇ 25 ਦਾ ਸਕੁਏਅਰ ਰੂਟ ਕੀਤਾ 3/5 ਆ ਗਿਆ, ਸਾਈਡ ਦੀ ਰੇਸ਼ੋ ਆ ਗਈ। ਪੈਰੀਮੀਟਰ ਦਾ ਫਾਰਮੂਲਾ ਹੁੰਦਾ 4A1 4A2, 4 ਨਾਲ 4 ਕੈਂਸਲ ਹੋ ਗਿਆ, ਤਾਂ ਅਗੇਨ ਇਹ ਕੀ ਆ ਜਾਏਗਾ A1 ਤੇ A2 ਸੇਮ ਵੈਲਿਊ ਆ ਜਾਏਗੀ। ਜੇ ਗੱਲ ਕਰੀਏ ਡਾਇਗਨਲ ਦੀ, ਡਾਇਗਨਲ ਦਾ ਫਾਰਮੂਲਾ ਦਾ √2 × A, √2 ਨਾਲ √2 ਕੱਟਿਆ ਗਿਆ, ਸੇਮ ਵੇ ਦੀ ਵੈਲਿਊ ਆ ਗਈ A1 ਤੇ A2 ਦੀ ਵੈਲਿਊ ਆ ਗਈ 3/5। ਤਾਂ ਇੱਥੋਂ ਆਪਾਂ ਇੱਕ ਚੀਜ਼ ਦੇਖ ਸਕਦੇ ਵੀ ਸਕੁਏਅਰ ਦੇ ਕੇਸ ਦੇ ਵਿੱਚ ਜੇ ਆਪਾਂ ਨੂੰ ਏਰੀਏ ਦੀ ਰੇਸ਼ੋ ਗਿਵਨ ਹੈ, ਸਾਈਡ ਜਾਂ ਪੈਰੀਮੀਟਰ ਜਾਂ ਡਾਇਗਨਲ ਦੀ ਰੇਸ਼ੋ ਫਾਈਂਡ ਕਰਨੀ ਹੈ, ਤਾਂ ਡਾਇਰੈਕਟ ਆਪਾਂ ਨੇ ਇੱਕ ਸਟੈਪ ਕਰਨਾ ਵੀ ਜਿਹੜਾ ਵੀ ਏਰੀਆ ਗਿਵਨ ਹੈ ਉਹਦਾ ਸਕੁਏਅਰ ਰੂਟ ਕਰ ਦੇਣਾ ਬਸ। ਜਦੋਂ ਸਕੁਏਅਰ ਰੂਟ ਕਰਾਂਗੇ ਸਾਈਡ, ਪੈਰੀਮੀਟਰ, ਡਾਇਗਨਲ ਤਿੰਨਾਂ ਦੀ ਰੇਸ਼ੋ ਸੇਮ ਆਏਗੀ, ਇੱਕ ਸਿੰਗਲ ਵੈਲਿਊ ਆ ਜਾਏਗੀ। ਇਹ ਸੀਗਾ ਆਪਾਂ ਨੇ ਇਹਦੇ 'ਚ ਅਪਲਾਈ ਕੀਤਾ ਇਹਨੂੰ ਰੇਸ਼ੋ ਵਾਲੇ ਪਾਰਟ 'ਚ। ਤਾਂ ਅਗਰ ਰੇਸ਼ੋ ਦੇ ਆਪਾਂ ਇੱਕ ਹੋਰ ਕੁਐਸਚਨ ਦੇ ਵਿੱਚ ਅਪਲਾਈ ਕਰਕੇ ਦੇਖ ਦਿਆਂਗੇ, ਸੈਕਿੰਡ ਐਗਜ਼ਾਮਪਲ ਰੇਸ਼ੋ ਦੀ। ਹੁਣ ਆਪਾਂ ਨੂੰ ਇਹਦੇ ਵਿੱਚ ਪੈਰੀਮੀਟਰ ਦੀ ਰੇਸ਼ੋ ਗਿਵਨ ਹੈ ਵੀ 7/9, ਤਾਂ ਆਪਾਂ ਨੇ ਫਾਈਂਡ ਕਰਨਾ ਵੀ ਸਾਈਡ ਦੀ ਰੇਸ਼ੋ, ਡਾਇਗਨਲ ਦੀ ਰੇਸ਼ੋ ਤੇ ਏਰੀਆ ਦੀ ਰੇਸ਼ੋ। ਪੈਰੀਮੀਟਰ ਦੀ ਰੇਸ਼ੋ ਹੁਣੀ ਤੁਹਾਨੂੰ ਪਿਛਲੀ ਐਗਜ਼ਾਮਪਲ ਦੱਸਿਆ ਸੀਗਾ ਵੀ ਪੈਰੀਮੀਟਰ ਦੀ ਰੇਸ਼ੋ ਹੋਵੇ, ਡਾਇਗਨਲ ਦੀ ਰੇਸ਼ੋ ਹੋਵੇ ਜਾਂ ਸਾਈਡ ਦੀ ਰੇਸ਼ੋ ਹੋਵੇ, ਤਿੰਨਾਂ ਦੀ ਵੈਲਿਊ ਸੇਮ ਆਏਗੀ। ਹੁਣ ਆਪਾਂ ਨੂੰ ਪੈਰੀਮੀਟਰ ਦੀ ਵੈਲਿਊ ਗਿਵਨ ਹੈਗੀ, ਸਾਈਡ ਦੀ ਪੁੱਛਿਆ ਤਾਂ ਸਾਈਡ ਦੀ ਵੀ ਕਿੰਨੀ ਆ ਜਾਏਗੀ ਸੇਮ 7/9। ਡਾਇਗਨਲ ਦੀ ਪੁੱਛੀ ਹੈਗੀ, ਡਾਇਗਨਲ ਦੀ ਵੀ ਸੇਮ ਆ ਜਾਏਗੀ ਕਿੰਨੀ 7/9। ਬਟ ਜੇ ਆਪਾਂ ਨੂੰ ਪੁੱਛਿਆ ਉਹਨਾਂ ਨੇ ਸਾਈਡ ਦੀ 7/9, ਡਾਇਗਨਲ ਦੀ ਵੀ 7/9 ਆ ਜਾਏਗੀ। ਜੇ ਉਹਨਾਂ ਨੂੰ ਪੁੱਛੇ ਰੇਸ਼ੋ ਆਫ ਏਰੀਆਜ਼, ਤਾਂ ਏਰੀਆ ਕੱਢਣ ਵੇਲੇ ਆਪਾਂ ਕੀ ਕਰਾਂਗੇ ਇਹਦਾ ਸਕੁਏਅਰ ਕਰ ਦਾਂਗੇ ਦੋਨਾਂ ਦਾ, 7 ਦਾ ਸਕੁਏਅਰ 49, 9 ਦਾ ਸਕੁਏਅਰ 81, ਤਾਂ ਇਹ ਆਪਣੇ ਕੋਲ ਆ ਜਾਏਗੀ ਏਰੀਆ ਦੀ ਰੇਸ਼ੋ। ਉਸ ਤੋਂ ਅਗਰ ਆਪਾਂ ਥਰਡ ਟਾਈਪ ਦੀ ਗੱਲ ਕਰੀਏ, ਥਰਡ ਟਾਈਪ ਦੇ ਵਿੱਚ ਕੀ ਹੈਗੇ ਕਈ ਵਾਰੀ ਕੁਐਸਚਨ ਆ ਜਾਂਦੇ ਨੇ ਡਾਇਰੈਕਟ ਫਾਰਮੂਲਾ ਦੇ ਬੇਸ 'ਤੇ। ਦੇਖਦੇ ਆਪਾਂ ਕੁਐਸਚਨਸ ਬੇਸਡ ਔਨ ਡਾਇਰੈਕਟ ਫਾਰਮੂਲਾ, ਜਿਹਦੇ 'ਚ ਸਿੰਪਲੀ ਫਾਰਮੂਲਾ ਯੂਜ਼ ਹੋਏਗਾ। ਫਾਈਂਡ ਦਾ ਸਮ ਆਫ ਡਾਇਗਨਲਸ ਆਫ ਸਕੁਏਅਰ ਹੂ ਸਾਈਡ ਇਜ਼ 5। ਕਹਿੰਦੇ ਕਿਸੇ ਸਕੁਏਅਰ ਦੀ ਸਾਈਡ 5 ਹੈ ਤਾਂ ਉਹਦੇ ਡਾਇਗਨਲ ਦਾ ਸਮ ਫਾਈਂਡ ਕਰੋ। ਤਾਂ ਪਹਿਲਾਂ ਆਪਾਂ ਇੱਕ ਡਾਇਗਨਲ ਕੱਢ ਲਾਂਗੇ, ਤਾਂ √2 × A ਲਗਾ ਕੇ, √2 × A ਕਿੰਨੀ ਹੈ 5 √2 ਆ ਜਾਏਗਾ। ਸਮ ਪੁੱਛਿਆ ਇਹਨਾਂ ਨੇ ਡਾਇਗਨਲ ਦਾ, ਦੋ ਡਾਇਗਨਲ ਹੋਣਗੇ, ਇੱਕ ਦੀ ਵੈਲਿਊ D, ਦੋ ਦੀ ਕੀ ਹੋ ਜਾਏਗੀ D + D 2D, ਤਾਂ ਦੋਨੋਂ ਨੂੰ ਐਡ ਕਰਕੇ ਬਣ ਜਾਏਗਾ ਇਹ 5 √2 ਇਹਨੂੰ × 2 ਕੀਤਾ ਤਾਂ 10 √2 ਆ ਜਾਏਗਾ। ਨੈਕਸਟ ਕੁਐਸਚਨ ਦੇਖਦੇ ਹੈਗੇ, ਫਾਈਂਡ ਦਾ ਏਰੀਆ ਐਂਡ ਪੈਰੀਮੀਟਰ ਆਫ ਰੈਕਟੈਂਗਲ ਆਫ ਸਾਈਡ 7 ਸੈਂਟੀਮੀਟਰ, ਲੈਂਥ 7, ਬ੍ਰੈਡਥ 10। ਤਾਂ L ਅਤੇ B ਦੀ ਵੈਲਿਊ ਗਿਵਨ ਹੈ। ਏਰੀਆ ਦੇ ਪੈਰੀਮੀਟਰ ਦਾ ਫਾਰਮੂਲਾ ਹੁੰਦਾ ਏਰੀਆ ਹੁੰਦਾ L/B, 7 × 10 ਕਿੰਨਾ ਹੋ ਗਿਆ 70। ਪੈਰੀਮੀਟਰ ਦੇ ਵਿੱਚ ਪੁੱਟ ਕਰਾਂਗੇ ਤਾਂ ਕਿੰਨਾ ਬਣ ਜਾਏਗਾ 34 ਸੈਂਟੀਮੀਟਰ। ਦੇਖੋ ਇੱਕ ਚੀਜ਼ ਹੋਰ ਧਿਆਨ ਰੱਖਣੀ ਅਸੀਂ, ਏਰੀਆ ਦੇ ਯੂਨਿਟਸ ਹਮੇਸ਼ਾ ਸਕੁਏਅਰ 'ਚ ਹੋਣਗੇ, ਪੈਰੀਮੀਟਰ ਦੇ ਹਮੇਸ਼ਾ ਸਿੰਪਲ ਪਾਵਰ 1 ਹੋਏਗੀ। ਸੈਂਟੀਮੀਟਰ, ਮੀਟਰ, MM 'ਚ ਹੋ ਸਕਦੇ ਨੇ, DMM 'ਚ ਹੋ ਸਕਦੇ ਨੇ, ਫੀਟ 'ਚ ਹੋ ਸਕਦੇ ਨੇ, ਇਹ 'ਚ ਕੋਈ ਪਾਵਰ ਨਹੀਂ ਹੋਊਗੀ। ਏਰੀਆ ਦੇ ਵਿੱਚ ਹਮੇਸ਼ਾ ਸਕੁਏਅਰ 'ਚ ਆਏਗੀ ਪਾਵਰ। ਨੈਕਸਟ ਐਗਜ਼ਾਮਪਲ ਦੇਖਦੇ ਆਪਾਂ, ਇਫ ਦ ਏਰੀਆ ਆਫ ਰੋਮਬਸ ਇਜ਼ 24 ਐਂਡ ਵਨ ਆਫ ਇਟਸ ਡਾਇਗਨਲਸ ਇਜ਼ 4, ਫਾਈਂਡ ਦ ਲੈਂਥ ਆਫ ਅਦਰ ਡਾਇਗਨਲ। ਤਾਂ ਡਾਇਗਨਲ ਦੇ ਵਿੱਚ ਸੈਕਿੰਡ ਡਾਇਗਨਲ ਦੀ ਵੈਲਿਊ ਫਾਈਂਡ ਕਰਨੀ ਹੈਗੀ। ਰੋਮਬਸ ਦਾ ਏਰੀਆ ਕੀ ਹੁੰਦਾ ਜੀ 1/2 × D1 × D2। ਏਰੀਆ ਦੀ ਵੈਲਿਊ ਗਿਵਨ ਹੈ, D1 ਦੀ ਵੈਲਿਊ ਗਿਵਨ ਹੈ, ਇਹਦੇ 'ਚ ਪੁੱਟ ਕਰਾਂਗੇ ਆਪਾਂ 1/2 × D1 × D2 ਕਾਹਦੇ ਕੋਲ ਰੱਖਿਆ 24 ਦੇ, ਅਤੇ ਇਹਦੀ ਕਟਿੰਗ ਕਰਕੇ D2 ਦੀ ਵੈਲਿਊ ਆ ਜਾਏਗੀ 12 ਸੈਂਟੀਮੀਟਰ। ਤਾਂ ਦੋਸਤੋ ਜਿਹੜੇ ਕੁਐਸਚਨ ਸੀਗੇ ਕੁਆਡਰੇਟਰ ਦੇ 2D ਸ਼ੇਪ ਦੇ ਵਿੱਚ ਜਿਹੜੇ ਆਪਾਂ ਅੱਜ ਡਿਸਕਸ ਕੀਤੇ ਹੈਗੇ, ਇਹ ਸਾਰੇ ਬੇਸਿਕ ਲੈਵਲ ਦੇ ਕੁਐਸਚਨ ਨੇਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ, ਪਰਸੈਂਟੇਜ ਦਾ ਕੰਸੈਪਟ ਜਿਹੜਾ ਯੂਜ਼ ਕੀਤਾ ਆਪਾਂ ਨੇ ਉਹਨੂੰ ਸਿੱਖਣਾ ਚੰਗੀ ਤਰ੍ਹਾਂ। ਉਸ ਤੋਂ ਬਾਅਦ ਇਹਨਾਂ ਦੇ ਫਾਰਮੂਲੇ ਨੂੰ ਯਾਦ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ 2D ਸ਼ੇਪਸ ਦੇ ਫਾਰਮੂਲੇ ਪਲੱਸ ਜਿਹੜੇ ਬੇਸਿਕ ਕੰਸੈਪਟ ਨੂੰ ਕਲੀਅਰ ਕਰਾਂਗੇ, ਫਿਰ ਆਪਾਂ ਥੋੜ੍ਹੇ ਜਿਹੇ ਹਾਈ ਲੈਵਲ ਦੇ ਕੁਐਸਚਨ ਸਟਾਰਟ ਕਰਾਂਗੇ ਨਾਲ। ਤਾਂ ਦੋਸਤੋ ਤੁਸੀਂ ਨਾਲ ਫਾਰਮੂਲੇ ਦੇ ਨੋਟਸ ਬਣਾਈ ਚਲੋ, ਇੱਕ ਨੋਟਬੁੱਕ ਲਗਾ ਕੇ ਸਾਰੇ ਜਿੰਨੇ ਵੀ ਆਪਾਂ ਕੰਸੈਪਟ ਕਰਦੇ ਹਾਂ ਕਿਸੇ ਨੋਟਬੁੱਕ ਦੇ ਵਿੱਚ ਨਾਲ ਉਹਨਾਂ ਨੂੰ ਨੋਟ ਕਰੀ ਚਲੋ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਉਹ ਕੰਮ ਆ ਸਕਣ। ਤਾਂ ਜਿਹੜੇ ਵੀਡੀਓ ਦੇ ਐਂਡ ਤੇ ਕੁਐਸਚਨ ਦਿੱਤੇ ਤਾਂ ਉਹਨਾਂ ਨੂੰ ਜ਼ਰੂਰ ਤੁਸੀਂ ਇੱਕ ਵਾਰ ਅਟੈਂਪਟ ਕਰਨਾ। ਥੈਂਕ ਯੂ।